ਪਾਕਿਸਤਾਨੀ ਪੰਜਾਬੀ ਕਹਾਣੀ ਸਾਜ਼ਾ। ਅਵਾਰਾ ਫਿਰਦਿਆਂ ਸਾਰਾ ਦਿਨ ਲੰਘ ਗਿਆ। ਮੈਂ ਘਰ ਜਾਣਾ ਨਹੀਂ ਸੀ ਚਾਹੁੰਦਾ। ਮੇਰੇ ਘਰ ਅੱਜ ਦੋ ਅਜਿਹੇ ਮਹਿਮਾਨ ਆਏ ਹੋਏ ਸਨ ਜਿਨ੍ਹਾਂ ਨੂੰ ਘਰ ਵਿੱਚ ਇਕੱਲਿਆਂ ਛੱਡ ਦੇਣਾ ਹੀ ਉਹਨਾਂ ਦੀ ਅਸਲ ਖਾਤਰ ਸੀ। ਇਹਨਾਂ ਵਿੱਚੋਂ ਇੱਕ ਤਾਂ ਮੇਰਾ ਯਾਰ ਸਲੀਮ ਸੀ। ਉਹਦੇ ਨਾਲ ਗੋਰੀ ਚਿੱਟੀ ਕੁੜੀ ਜਿਹੜੀ ਹੱਸਦੀ ਸੀ ਤਾਂ ਇੰਝ ਲੱਗਦਾ ਸੀ ਜਿਵੇਂ ਫੁਲਵਾੜੀ ਵਿੱਚ ਸਤੋਈ ਦੀਆਂ ਕਲੀਆਂ ਖਿਲ ਰਹੀਆਂ ਹਨ। ਉਹਨਾਂ ਕਲੀਆਂ ਦੇ ਉੱਤੇ ਉਹਦੇ ਬੁੱਲ੍ਹਾਂ ਦੇ ਸੁਰਖ ਗੁਲਾਬ ਖਿੜੇ ਹੋਏ ਸਨ। ਸਲੀਮ ਨੇ ਮੈਨੂੰ ਦੱਸਿਆ ਸੀ ਭਾਈ ਉਹ ਕੁੜੀ ਉਹਨੂੰ ਬੜਾ ਪਿਆਰ ਕਰਦੀ ਹੈ। ਸਲੀਮ ਤੇ ਸਾਜ਼ਾ ਅੱਜ ਕਿੰਨਿਆਂ ਵਰ੍ਹਿਆਂ ਪਿੱਛੋਂ ਮਿਲੇ ਸਨ ਤੇ ਮੈਂ ਚਾਹੁੰਦਾ ਸੀ ਕਿ ਅੱਜ ਰੱਜ ਕੇ ਪਿਆਰ ਦੀਆਂ ਗੱਲਾਂ ਕਰ ਲੈਣ ਤੇ ਫਿਰ ਹੀ ਮੈਂ ਘਰ ਜਾਵਾਂ। ਉਹ ਫੱਗਣ ਦੇ ਆਖਰੀ ਦਿਹਾੜੇ ਸਨ ਜਦੋਂ ਦਿਨ ਨੂੰ ਧੁੰਦ ਤੇ ਰਾਤ ਨੂੰ ਪਾਲੇ ਹੁੰਦੇ ਸਨ। ਸ਼ਾਮ ਡੂੰਘੀ ਹੋ ਰਹੀ ਸੀ ਤੇ ਮੈਨੂੰ ਇੰਝ ਲੱਗਦਾ ਸੀ ਕੱਲੀ ਕਮੀਜ਼ ਵਿੱਚ ਰਾਤ ਗਈ ਤੱਕ ਬਾਹਰ ਰਹਿਣਾ ਚੰਗਾ ਨਹੀਂ। ਮੇਰੇ ਕਮਰੇ ਦੀ ਚਾਬੀ ਸਵੇਰੇ ਸਲੀਮ ਲੈ ਗਿਆ ਸੀ ਤੇ ਹੁਣ ਮੈਨੂੰ ਕੋਟ ਲੈਣ ਲਈ ਘਰ ਜਾਂਦਿਆਂ ਡਰ ਲੱਗਦਾ ਸੀ। ਮੈਂ ਜਾ ਕੇ ਬੂਹਾ ਖੜਾਵਾਂਗਾ, ਸਲੀਮ ਨੂੰ ਐਵੇਂ ਪਰੇਸ਼ਾਨ ਹੋਵੇਗਾ, ਪਰ ਘਰ ਤੇ ਜਾਣਾ ਹੀ ਪਵੇਗਾ। ਇਹ ਸੋਚਦਿਆਂ ਮੈਂ ਘਰ ਵੱਲ ਟੁਰ ਪਿਆ। ਮੇਰੀਆਂ ਨਜ਼ਰਾਂ ਵਿੱਚੋਂ ਸਾਜ਼ਾ ਦੀਆਂ ਕੱਲੀਆਂ ਲਿਸ਼ਕਦੀਆਂ ਅੱਖਾਂ ਸਨ ਤੇ ਮੈਂ ਆਪਣੇ ਯਾਰ ਦੇ ਮੁਕੱਦਰ ਤੇ ਰਸ਼ਕ ਕਰਦਾ ਟੁਰਦਾ ਜਾ ਰਿਹਾ ਸਾਂ। ਪਿੰਡ ਦੀਆਂ ਕੁੜੀਆਂ ਦਾ ਪਿਆਰ ਕਿੰਨਾ ਸੱਚਾ ਤੇ ਪੱਕਾ ਹੁੰਦਾ ਹੈ। ਸਵੇਰੇ ਜਦੋਂ ਸਲੀਮ ਨੇ ਸਾਜ਼ਾ ਨੂੰ ਮਿਲੇ ਤਾਂ ਉਹ ਬਹੁਤ ਖੁਸ਼ ਸਨ। ਸਲੀਮ ਨੇ ਮੈਨੂੰ ਦੱਸਿਆ ਭਾਈ ਉਹ ਸਾਜ਼ਾ ਨੂੰ ਮਿਲਣਾ ਨਹੀਂ ਸੀ ਚਾਹੁੰਦਾ ਤੇ ਜਦੋਂ ਉਹ ਸ਼ਹਿਰ ਆਉਣ ਦਾ ਖਤ ਲਿਖਾਉਂਦਾ ਸੀ ਤੇ ਉਹਨੇ ਰੋਕ ਦਿੰਦਾ ਸੀ। ਸਲੀਮ ਕਹਿੰਦਾ ਸੀ ਅੱਜ ਬੇਦੋਬਲੀ ਆ ਪਹੁੰਚੀ ਹੈ। ਮੈਂ ਸਾਜ਼ਾ ਨਾਲ ਸਲੀਮ ਦੀ ਇਹ ਬੇਰੁਖੀ ਵੇਖ ਕੇ ਜਲ ਹੀ ਹੋ ਗਿਆ। ਘਰ ਜਾ ਕੇ ਬੂਹੇ ਖੜਕਾਇਆ ਤੇ ਪਲ ਵਿੱਚ ਬੂਹਾ ਖੁੱਲ੍ਹ ਗਿਆ। ਸਾਹਮਣੇ ਸਾਜ਼ਾ ਖੜੀ ਸੀ। ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਆਪਣੀ ਘਬਰਾਹਟ ਲੁਕਾਉਂਦੇ ਲਈ ਮੈਂ ਪੁੱਛ ਲਿਆ ਸਲੀਮ ਕਿੱਥੇ ਹੈ? ਖੋਰੇ ਕਿੱਥੇ ਚਲਾ ਗਿਆ ਹੈ? 3 ਵਜੇ ਗਿਆ ਸੀ, ਕਹਿੰਦਾ ਸੀ ਸ਼ਾਮ ਨੂੰ ਆ ਜਾਵਾਂਗਾ, ਬੜਾ ਜ਼ਰੂਰੀ ਕੰਮ ਦੱਸਦਾ ਸੀ। ਮੇਰੀ ਘਬਰਾਹਟ ਹੋਰ ਵੱਧ ਗਈ, ਜਿਹਨੂੰ ਮੈਂ ਫਿਰ ਲੁਕਾ ਲਿਆ। ਮੈਂ ਕੱਪੜੇ ਬਦਲਣੇ ਆਇਆ ਹਾਂ, ਵਾਪਸ ਜਾਣਾ ਹੈ। ਸਾਜ਼ਾ ਚੁੱਪ ਹੋ ਗਈ। ਮੈਂ ਆਪਣੇ ਕਮਰੇ ਵਿੱਚ ਗਿਆ। ਉਹਦੇ ਨੰਨੇ ਪੈਰਾਂ ਛਾਪ ਵੀ ਮੇਰੇ ਪਿੱਛਾ ਕਰ ਰਹੇ ਸੀ। ਮੈਂ ਮੂੰਹ ਹੱਥ ਧੋਤਾ, ਕੋਟ ਪਾਇਆ ਤੇ ਬਾਹਰ ਨਿਕਲਣ ਲੱਗਾ। ਪਿੱਛੋਂ ਸਾਜ਼ਾ ਦੀ ਆਵਾਜ਼ ਆਈ, ਤੁਸੀਂ ਬਾਹਰ ਜ਼ਰੂਰੀ ਜਾਣਾ ਹੈ? ਜੀ, ਮੈਂ ਪੁੱਛਿਆ। ਮੁੜ ਕੇ ਵੇਖਿਆ, ਸਾਜ਼ਾ ਮੇਰੇ ਬਿਸਤਰ ਤੇ ਪਈ ਸੀ। ਉਹਦੀਆਂ ਅੱਖਾਂ ਅੱਧ ਖੁੱਲ੍ਹੀਆਂ ਸਨ ਪਰ ਉਹ ਮੇਰੇ ਵੱਲ ਹੀ ਤੱਕ ਰਹੀ ਸੀ। ਮੇਰਾ ਮਤਲਬ ਹੈ ਤੁਸੀਂ ਵੀ ਜੇ ਜਾ ਰਹੇ ਹੋ ਤੇ ਮੈਨੂੰ ਇਕੱਲਿਆਂ ਇਸ ਘਰ ਵਿੱਚ ਡਰ ਲੱਗਦਾ ਹੈ। ਇਹ ਸੁਣ ਕੇ ਮੇਰੇ ਪੈਰ ਰੁਕ ਗਏ ਤੇ ਮੈਂ ਪਹਿਲੀ ਵਾਰ ਸਾਜ਼ਾ ਨੂੰ ਅੱਖਾਂ ਖੋਲ੍ਹ ਕੇ ਵੇਖਿਆ। ਸਫੇਦ ਕਰਬੇ ਦੇ ਕੁੱਟੜੇ ਸਲਵਾਰ ਵਿੱਚ ਉਹਦਾ ਜਿਸਮ ਦੀਆਂ ਸਾਰੀਆਂ ਕੋਸਾਂ ਤੇ ਖੱਤ ਨੰਗੇ ਸਨ ਤੇ ਉਹ ਮਰਮਰ ਦੀ ਇੱਕ ਮੂਰਤ ਲੱਗਦੀ ਸੀ। ਮੈਨੂੰ ਆਪਣੇ ਇਸ ਦੀਦੇ ਦਲੀਲ ਤੇ ਸਖਤ ਗੁੱਸਾ ਆਇਆ ਤੇ ਮੈਂ ਜ਼ੋਰ ਨਾਲ ਫਰਸ਼ ਤੇ ਲੱਤ ਮਾਰੀ। ਸਾਜ਼ਾ, ਸਲੀਮ ਹੁਣੇ ਆ ਜਾਵੇਗਾ, ਮੈਂ ਚੱਲਦਾ ਹਾਂ। ਮੈਂ ਬਾਹਰ ਦੇ ਬੂਹੇ ਵੱਲ ਵਧਿਆ ਤੇ ਉਹ ਤੜਫ ਕੇ ਉੱਠ ਬੈਠੀ ਤੇ ਰੋਣ ਲੱਗ ਪਈ। ਮੈਂ ਕੱਲੇ ਡਰ ਕੇ ਮਰ ਜਾਵਾਂਗੀ, ਤੁਸੀਂ ਨਾ ਜਾਓ, ਉਹਨੇ ਹਿਚਕਿਚੀਆਂ ਲੈਂਦੇ ਕਿਹਾ ਤੇ ਮੈਂ ਆਪਣਾ ਧਿਆਨ ਸੁੰਨੀਆਂ ਕੰਧਾਂ ਵੱਲ ਕਰ ਲੈਂਦਾ ਸਾਂ। ਸਾਰੇ ਦਿਨ ਦਾ ਅਵਾਰਾਗਰਦੀ ਨਾਲ ਮੇਰਾ ਜਿਸਮ ਟੁੱਟ ਗਿਆ ਸੀ। ਸਿਰਹਾਣੇ ਦੀ ਟੋਹ ਲਈ ਤੇ ਮੇਰੀਆਂ ਅੱਖਾਂ ਬੰਦ ਹੋਣ ਲੱਗ ਪਈਆਂ। ਅੱਧੀ ਰਾਤ ਨੂੰ ਮੇਰੀ ਅੱਖ ਖੁੱਲੀ ਨਹੀਂ ਖੋਲੀ ਗਈ ਸੀ। ਮੈਨੂੰ ਮੱਥੇ ਤੇ ਕੋਈ ਨਰਮ ਸ਼ੈ ਜਾਪੀ। ਅੱਖਾਂ ਖੁੱਲੀਆਂ ਤੇ ਸਾਜ਼ਾ ਸਿਰਹਾਣੇ ਬੈਠੀ ਸੀ ਤੇ ਉਹਦੇ ਹੱਥ ਮੇਰੇ ਮੱਥੇ ਤੇ ਸੀ। ਮੈਂ ਬੁੜਬੁੜਾ ਕੇ ਉੱਠ ਪਿਆ, ਤੂੰ ਇੱਥੇ? ਸਲੀਮ ਨਹੀਂ ਆਇਆ? ਮੈਂ ਬੁੜਬੁੜਾਹਟ ਵਿੱਚ ਇਹ ਪੁੱਛਿਆ। ਆਇਆ ਸੀ ਤੇ ਫਿਰ? ਮੈਂ ਹੋਰ ਹੈਰਾਨੀ ਹੋਇਆ। ਚਲਾ ਗਿਆ, ਸਾਡੀ ਲੜਾਈ ਹੋ ਗਈ। ਮੈਂ ਅੱਖਾਂ ਪੁੱਟ ਕੇ ਵੇਖਿਆ। ਸਾਜ਼ਾ ਦੇ ਇਹ ਚਿਹਰੇ ਦੀ ਬੇਸ਼ਰਮੀ ਬੇਹੱਦਾਂ ਦੇ ਵੱਖਰਾ ਸਾਏ ਪੈ ਰਹੇ ਸਨ। ਉਹ ਹਰਾਮਜ਼ਾਦੇ ਨੇ ਮੇਰੇ ਤੇ ਬੜਾ ਜ਼ੁਲਮ ਕੀਤਾ ਹੈ। ਸਵੇਰੇ ਜਦੋਂ ਤੁਸੀਂ ਮੈਨੂੰ ਮਿਲਣ ਮਿਲੇ ਸੋ ਮੈਨੂੰ ਕਹਿ ਦਿੱਤਾ ਸੀ ਮੈਨੂੰ ਉਹਨਾਂ ਦੇ ਘਰ ਲਿਜਾਈਂ।
ਉਸਨੇ ਮੇਰੀ ਗੱਲ ਨਾ ਮੰਨੀ। ਇੰਨਾ ਕਹਿ ਕੇ ਉਹ ਰੁਕ ਗਈ ਤੇ ਮੈਂ ਬਿਲਕੁਲ ਡਰ ਪੂਰਾ ਹੋ ਗਿਆ। ਕੋਈ ਗੱਲ ਸਮਝ ਵਿੱਚ ਨਹੀਂ ਸੀ ਆ ਰਹੀ। ਪਰ ਸਾਜਾ ਜਦੋਂ ਮੇਰੇ ਉੱਤੇ ਝੁਕ ਕੇ ਹੋਰ ਮੇਰੇ ਕੋਲ ਆ ਗਈ ਤਾਂ ਗੱਲ ਵੀ ਸਮਝ ਤੋਂ ਬਾਹਰ ਨਾ ਰਹੀ। ਉਹ ਕਹਿ ਰਹੀ ਸੀ, ਮੈਂ ਸਲੀਮ ਨੂੰ ਕਿਹਾ ਸੀ ਮੈਨੂੰ ਸ਼ੌਕਤ ਸਾਹਿਬ ਬਹੁਤ ਚੰਗੇ ਲੱਗਦੇ ਨੇ। ਖੁਦਾ ਦਾ ਖੌਫ ਕਰਕੇ ਉਹਨਾਂ ਕੋਲ ਦੂਰ ਰਹਿ। ਪਰ ਉਹ ਬੇਵਕੂਫ ਕਹਿਣ ਲੱਗਾ, ਸ਼ੌਕਤ ਸਾਹਿਬ ਬੜੇ ਸ਼ਰੀਫ ਆਦਮੀ ਨੇ, ਮੈਨੂੰ ਉਹਨਾਂ ਕੋਲ ਕੋਈ ਖਤਰਾ ਨਹੀਂ। ਮੈਂ ਪਲੰਗ ਤੋਂ ਉਤਰ ਕੇ ਖਲੋ ਗਿਆ। ਉਹਦੀ ਗੱਲ ਜਾਰੀ ਸੀ, ਵੇਖੋ ਨਾ ਉਹਨੇ ਦੂਜੇ ਪਾਸੇ ਦੇ ਖਤਰੇ ਦਾ ਪਤਾ ਕੀਤਾ ਸੀ, ਇਸ ਕਰਕੇ ਸਾਡੀ ਲੜਾਈ ਹੋ ਗਈ। ਮੈਂ ਕੋਟ ਦੇ ਬਟਨ ਬੰਦ ਕੀਤੇ ਤੇ ਬਾਹਰ ਵੱਲ ਪਿਆ। ਉਹ ਨੱਸ ਕੇ ਮੇਰੇ ਪੈਰਾਂ ਨਾਲ ਲਿਪਟ ਗਈ। ਮੇਰਾ ਕੋਈ ਕਸੂਰ ਨਹੀਂ, ਇਹ ਸਲੀਮ ਦਾ ਕਸੂਰ ਹੈ। ਇਹ ਉਸ ਹਰਾਮਜ਼ਾਦੇ ਨੇ ਮੈਨੂੰ ਇੱਥੇ ਕਿਉਂ ਲਿਆਂਦਾ। ਮੈਂ ਜ਼ੋਰ ਲਾ ਰਿਹਾ ਸੀ ਪਰ ਉਸਨੇ ਮੇਰੇ ਪੈਰ ਨਾ ਛੱਡੇ ਤੇ ਫਿਰ ਪੁਆਂਟੜ ਖਾ ਕੇ ਪਲੰਗ ਤੇ ਆ ਡਿੱਗੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤੇ ਸਾਜ਼ਾ ਚਾਹ ਦੇ ਪਿਆਲੇ ਫੜੀ ਮੇਰੇ ਪਲੰਗ ਸਿਰਾਣੇ ਖਲੋਤੀ ਸੀ। ਉਹਦਾ ਰੰਗ ਨਿਖਰਿਆ ਹੋਇਆ ਸੀ ਤੇ ਉਹਦੇ ਬੁੱਲ੍ਹਾਂ ਤੇ ਇੱਕ ਚੁੱਪ-ਚੁਪੀਤੀ ਹਾਸਾ ਸੀ। ਪਿਆਲਾ ਮੇਰੇ ਹੱਥੋਂ ਦੇਂਦਿਆਂ ਬੋਲੀ, ਮੈਂ ਪਾਣੀ ਗਰਮ ਕਰ ਦਿੱਤਾ ਹੈ, ਉੱਠ ਕੇ ਨਹਾ ਲਵੋ। ਮੇਰੀ ਗੱਡੀ ਦਾ ਵਕਤ ਹੋ ਗਿਆ ਹੈ, ਤੁਸੀਂ ਮੈਨੂੰ ਸਟੇਸ਼ਨ ਤੱਕ ਛੱਡ ਆਣਾ। ਸਟੇਸ਼ਨ ਤੱਕ? ਤੂੰ ਕਿੱਥੇ ਜਾਣਾ ਹੈ? ਉਹਦੀ ਹਰ ਗੱਲ ਬੰਦੇ ਨੂੰ ਹੈਰਾਨ ਕਰ ਦੇਣ ਵਾਲੀ ਸੀ। ਮੈਂ ਅੱਜ ਸਰਗੋਦੇ ਜਾ ਰਹੀ ਹਾਂ। ਸਰਗੋਦੇ? ਉੱਥੇ ਕੀ ਹੈ ਤੇਰਾ? ਸ਼ੌਕਤ। ਮੈਨੂੰ ਆਪਣਾ ਨਾਂ ਸੁਣ ਕੇ ਚੱਕਰ ਆ ਗਿਆ। ਕੀ ਲੱਗਦਾ ਹੈ ਤੇਰਾ? ਤੁਸੀਂ ਮੇਰੇ ਕੀ ਲੱਗਦੇ ਹੋ? ਮੈਂ ਇਹ ਸੱਟ ਬਰਦਾਸ਼ਤ ਨਾ ਕਰ ਸਕਿਆ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਆਪਣੀ ਸ਼ਰਮਿੰਦਗੀ ਤੋਂ ਛੁਟਕਾਰਾ ਪਾਉਣ ਲਈ ਮੈਂ ਜ਼ਰਾ ਨਰਮ ਹੋ ਕੇ ਆਖਿਆ, ਵੇਖੋ ਸਾਜ਼ਾ, ਇਸ ਜ਼ਮਾਨੇ ਵਿੱਚ ਇਕੱਲਿਆਂ ਸਫ਼ਰ ਕਰਨਾ ਚੰਗਾ ਨਹੀਂ। ਇਸ ਜ਼ਮਾਨੇ ਨੂੰ ਕੀ ਹੋਇਆ ਹੈ? ਉਹਨੇ ਤੜਕਾ ਜਵਾਬ ਦਿੱਤਾ ਤੇ ਮੇਰੇ ਮੂੰਹ ਤੇ ਚੁੱਪ ਵਰਤ ਗਈ। ਕੀ ਹੈ ਇਸ ਜ਼ਮਾਨੇ ਨੂੰ? ਬੋਲਦੇ ਕਿਉਂ ਨਹੀਂ ਤੁਸੀਂ ਵੀ ਤੇ ਇਸ ਜ਼ਮਾਨੇ ਦੇ ਆਦਮੀ ਹੋ। ਇਹਦਾ ਤਾਂ ਕੁਝ ਜਵਾਬ ਦੇਣਾ ਹੀ ਸੀ ਪਰ ਜਵਾਬ ਕੋਈ ਨਹੀਂ ਸੀ। ਮੈਂ ਪਹਿਲਾਂਦੀ ਦੇ ਕੰਮ ਲੈਣ ਲਈ ਤਿਆਰ ਹੋ ਗਿਆ। ਬਸ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਵੇਖੋ ਖਾਂ, ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਹੋ? ਇਹ ਕਹਿ ਕੇ ਸਾਜ਼ਾ ਨੇ ਮੇਰੇ ਵੱਲ ਇੰਜ ਵੇਖਿਆ ਜਿਵੇਂ ਉਹਨੇ ਇਸ ਗੱਲ ਦਾ ਜਵਾਬ ਹੀ ਚਾਹੀਦਾ ਹੋ। ਮੈਂ ਤੈਨੂੰ ਰੋਕ ਸਕਦਾ ਹਾਂ। ਤੇਰੀ ਇਹ ਤਾਕਤ ਹੈ, ਮੈਂ ਤੇਰੀਆਂ ਲੱਤਾਂ ਵੱਢ ਦੇਵਾਂਗਾ। ਮੈਂ ਕੜਕ ਕੇ ਪਿਆ ਤੇ ਉਹ ਮੁਸਕਰਾ ਕੇ ਪਲੰਗ ਤੇ ਬਹਿ ਗਈ। ਹਾਏ ਮੈਂ ਇਹ ਹੀ ਤੇ ਸੁਣਨਾ ਚਾਹੁੰਦੀ ਸਾਂ। ਹੁਣ ਸਾਜ਼ਾ ਉਹ ਪਿੰਡ ਦੀ ਕੁੜੀ ਨਹੀਂ ਰਹੀ ਜਿਹੜੀ ਕੁਲ ਰੇਸ਼ਮੀ ਬੁਰਕੇ ਵਿੱਚ ਲੁਕ ਕੇ ਆਈ ਸੀ ਤੇ ਸਲੀਮ ਦੇ ਯਾਰ ਨੂੰ ਵੇਖਣ ਲਈ ਉਸਦੇ ਨਕਾਬ ਜੁਰਾ ਕੇ ਪਾਸੇ ਕੀਤਾ ਸੀ। ਹੁਣ ਸਾਜ਼ਾ ਇੱਕ ਪਹੇਲੀ ਬਣ ਕੇ ਮੇਰੇ ਸਾਹਮਣੇ ਆ ਬੈਠੀ। ਕਹਿਣ ਲੱਗੀ, ਹਾਏ ਸਲੀਮ ਨੇ ਖੈਰੋਂ ਕਿਵੇਂ ਰਾਤ ਲੰਘਾਈ ਹੋਵੇਗੀ, ਮੈਨੂੰ ਬੜੀ ਚਿੰਤਾ ਹੈ। ਜ਼ਰਾ ਕੁ ਰੁਕ ਕੇ ਬੋਲੀ, ਪਰ ਮੈਂ ਉਸ ਘੜੀ ਨੂੰ ਰੋਂਦੀ ਹਾਂ ਜਦੋਂ ਸਲੀਮ ਸ਼ੌਕਤ ਦੇ ਘਰ ਆਇਆ ਸੀ ਤੇ ਫਿਰ ਜਦੋਂ ਕੱਲ ਸਲੀਮ ਤੁਹਾਨੂੰ ਮਿਲਿਆ। ਬਕਵਾਸ ਬੰਦ ਕਰ। ਮੈਂ ਉਹਦੀ ਬੇਸ਼ਰਮੀ ਤੇ ਸਖਤ ਗੁੱਸਾ ਆਇਆ ਤੇ ਉਹ ਹੱਸ ਪਈ। ਹਾਏ, ਮੈਂ ਕਦੇ ਵੀ ਇਸ ਗੱਲ ਨੂੰ ਤਰਸਦੀ ਸਾਂ ਕਿ ਇੱਕ ਵਾਰੀ ਹੋਰ ਕਹੋ ਨਾ। ਇਹ ਸੁਣ ਕੇ ਮੇਰਾ ਤਨ ਬਦਨ ਵਿੱਚ ਅੱਗ ਲੱਗ ਪਈ ਤੇ ਮੈਂ ਇੱਕ ਚਪੇੜ ਕੱਢ ਮਾਰੀ। ਹੱਥ ਭਾਰਾ ਸੀ। ਚਪੇੜ ਖਾ ਕੇ ਸਾਜ਼ਾ ਥੱਲੇ ਡਿੱਗ ਪਈ। ਉਹਦੀ ਗਲ ਤੇ ਨੀਲ ਪੈ ਗਿਆ ਸੀ। ਉਹ ਹੌਲੀ-ਹੌਲੀ ਬੁਸਕਦੀ ਸੀ। ਮੈਨੂੰ ਆਪਣੀ ਜ਼ਿਆਦਤੀ ਤੇ ਅਫਸੋਸ ਆਇਆ ਤੇ ਮੈਂ ਉਸਨੂੰ ਜ਼ਮੀਨ ਤੋਂ ਚੁੱਕ ਕੇ ਪਲੰਗ ਤੇ ਰੱਖ ਦਿੱਤਾ। ਮੈਂ ਗੁਸਲਖਾਨੇ ਵਿੱਚ ਚਲਾ ਗਿਆ। ਵਾਪਿਸ ਆਇਆ ਤਾਂ ਉਹ ਕਮਰੇ ਦਾ ਫਰਨੀਚਰ ਸਾਫ਼ ਕਰ ਰਹੀ ਸੀ। ਮੈਂ ਅਖਬਾਰ ਵੇਖਣ ਲੱਗ ਪਿਆ। ਸਾਜ਼ਾ ਕੰਮਕਾਰ ਮੁਕੰਮਲ ਕਰਨ ਆਪਣਾ ਸੂਟਕੇਸ ਫੜਿਆ ਟੁਰ ਪਈ। ਲਓ, ਮੈਂ ਹੁਣ ਚੱਲਦੀ ਹਾਂ। ਅੱਜ ਦੇ ਦਿਨ ਨੂੰ ਮਿਲਾਂਗੀ। ਮੁਹੰਮਦ ਦੀਨ ਨੇ ਅੱਜ ਪਿੰਡ ਆਉਣਾ ਹੈ। ਮੁਹੰਮਦ ਦੀਨ? ਮੈਂ ਉੱਠ ਕੇ ਖਲੋ ਗਿਆ। ਤੇਰਾ ਪਿਓ ਹੈ? ਮੈਂ ਅਗਾਂਹ ਵਧ ਕੇ ਪੁੱਛਿਆ। ਹਾਏ ਕਾਨੂੰ, ਮੇਰੇ ਘਰਵਾਲੇ ਦਾ ਨਾਂ ਹੈ। ਘਰਵਾਲਾ? ਤੂੰ ਵਿਆਹੀ ਹੋਈ ਹੈ? ਸਾਜ਼ਾ ਮੁਸਕਰਾ ਕੇ ਬੜੀ ਨਖਰੇ ਨਾਲ ਬੋਲੀ, ਵਿਆਹੀ ਹੋਈ ਤੇ ਨਹੀਂ ਪਰ ਮੇਰੇ ਘਰਵਾਲਾ ਹੈਗਾ ਹੈ। ਤੇਰੇ ਘਰਵਾਲੇ ਦੀ ਐਸੀ ਤੈਸੀ। ਮੈਨੂੰ ਗੁੱਸਾ ਆ ਗਿਆ।
ਪਰ ਉਹਨੇ ਮੇਰੇ ਤੇ ਹੱਥ ਰੱਖ ਕੇ ਹੋਰ ਕੁਝ ਕਹਿਣ ਦਾ ਰੋਕ ਦਿੱਤਾ। ਉਸ ਚੌਧੇ ਨੂੰ ਗੱਲ ਨੂੰ ਕੱਢੀ ਬੜਾ ਗਰੀਬ ਤੇ ਮਸਕੀਨ ਆਦਮੀ ਹੈ। ਸਾਲ ਛਿਮਾਈ ਵਿੱਚ ਘਰ ਆਉਂਦਾ ਹੈ ਤੇ ਉਹ ਵੀ ਮੈਨੂੰ ਪੁੱਛ ਕੇ ਬੜਾ ਨੇਕ ਆਦਮੀ ਹੈ। ਮੇਰੇ ਸਾਹਮਣੇ ਕਦੀ ਕੁਸਕਿਆ ਨਹੀਂ। ਕਈ ਵਾਰ ਰੋਂਦਾ ਹੁੰਦਾ ਹੈ ਤੇ ਕਹਿੰਦਾ ਹੈ, ਸਾਜ਼ਾ ਮੈਂ ਤੇਰੇ ਲਾਇਕ ਨਹੀਂ ਸੀ।